शाका मर तो सकता है पर जिंदा पकड़ा नहीं जा सकता डारा। ਸਾਰੀਆਂ ਵੀਡੀਓ ਤੁਹਾਡੇ ਵਾਸਤੇ ਹੁੰਦੀਆਂ ਨੇ। ਲਵ ਯੂ, ਤੁਸੀਂ ਬੜਾ ਮੁਹੱਬਤ ਕਰਦੇ ਹੋ, ਤੁਸੀਂ ਸਾਨੂੰ ਲਾਈਕ ਕਰਦੇ ਤੇ ਸਰਕਾਰ ਸਾਡੀ ਜਨੂਨ ਭਰੀ ਅੱਗੋਂ ਲੈ ਕੇ ਆਨੇ ਆ ਵੀਡੀਓ। ਤੁਸੀਂ ਇਸ ਨਾਲ ਸਾਡੇ ਨਾਲ ਮੁਹੱਬਤ ਕਰਦੇ ਰਿਹਾ ਕਰੋ। ਸਰਕਾਰ ਅਸੀਂ ਹਾਜ਼ਰ। ਇਮਰਾਨ ਖਾਨ सोच लो, इमरान खान बहुत सख्ती कर रही है नून लीग हुकूमत। जो मर्जी है, जिस ना मर्जी है, वो साडे दिल च छपिया है। इमरान क्या बात। जो मर्जी अपलोड कर दे, कोई टेंशन नहीं, फाइल लग जाएगी, हो जाएगा। उस्ताद तेजा साडा बड़ा वीर भी है ते अहीं ओनू पसंद करने हैं। बिल्कुल जी, साडा भी बड़ा वीर है उस्ताद तेजा। लव यू उस्ताद जी। हाँ जी, लव यू जी, जानी लव यू। ऐसे तो काफ़ी दोस्त ने, लेकिन दो बंदे मेरे इस टाइम बिल्कुल भरोसे वाले ने। एक बार दुबई है ते कित्थे पाकिस्तान है। बाबा जी देख लो, इंटरव्यू चल रहा है। इंटरव्यू होए जो मर्जी होए, सानू यकीन है अपने यारां ते। अगर मैं कहा उन्होंने कॉल करो कोई ते टेंशन किसी उन्होंने दोनों चों किसी एक नूं कॉल करके कहोगे मैनूं 5 लाख दी अर्जेंटली जरूरत है ते होनी चाहिए ना। ते सोना ते बाबा भी बड़ा माशाल्लाह। सोना हुण ते ਉਹ ਵੇਖਦੀ ਹੈ ਜਦੋਂ ਦੇ ਪਿੰਡ ਗਿਆ ਮਜਮਾ ਖੜਾ ਹੋ ਗਿਆ। हाय हाय हाय, ਸਹੀ ਹੈ। ਫਿਰ ਮੈਂ ਚੱਸ ਆ ਗਈ, ਅਸੀਂ ਜਿੱਤ ਗਏ ਕਿਉਂਕਿ ਇੱਕ ਹੀ ਬੰਦੇ ਨਾਲ ਮੇਰੀ ਟੱਕਰ ਸੀ। ਮੈਂ ਉਸ ਟੱਕਰ ਦੇ ਬਰਾਬਰ ਪੂਰਾ ਉਤਰਿਆ। ਠੀਕ ਹੈ, ਜੋ ਮੈਂ ਚਾਹੁੰਦਾ ਸੀ ਉਹ ਮੈਂ ਕੀਤਾ ਤੇ ਮੇਰੀ ਸਭ ਤੋਂ ਬੜੀ ਵਿਸ਼ ਵੀ ਇਹੀ ਸੀ ਕਿ ਮੈਂ ਬਸ ਉਸ ਬੰਦੇ ਦਾ ਗਰੂਰ ਤੋੜਨਾ ਮੈਂ ਤੋੜਿਆ। अस्सलाम वालेकुम नाज़रीन, सॉफ्टटॉक टीवी ਦੇ ਨਾਲ ਮੈਂ ਤੁਹਾਡਾ ਮੇਜ਼ਬਾਨ ਅਮਰ ਮੁਸ਼ਾਰਫ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਨਾਲ ਇਸ ਵਕਤ ਮੌਜੂਦ ਨੇ ਸ਼ੱਕਰਗੜ੍ਹ ਦੇ ਮਸ਼ਹੂਰ ਟਿਕਟੋਕਰ ਜਿਨ੍ਹਾਂ ਨੇ ਟਿਕਟੋਕ ਦੇ ਉੱਤੇ ਫਾਰ ਯੂ ਦਾ ਟ੍ਰਿਕ ਮੱਲਿਆ ਹੋਇਆ ਹੈ ਤੇ ਆਓ ਇਹਨਾਂ ਦੇ ਨਾਲ ਕਰਦੇ ਹਾਂ ਗੱਲ। ਬਾਕੀ ਇਹਨਾਂ ਦੀ ਗੁਫ਼ਤਗੂ ਦੇ ਵਿੱਚ ਹੀ ਤੁਹਾਨੂੰ ਸਾਰੀਆਂ ਗੱਲਾਂ ਸੁਣਨ ਨੂੰ ਮਿਲਣਗੀਆਂ। ਆਓ ਇਹਨਾਂ ਨਾਲ ਕਰਦੇ ਹਾਂ ਗੱਲ। अस्सलाम वालेकुम। ਵਾਲੇਕੁਮ ਸਲਾਮ। ਬਾਬਾ ਜੀ ਕੀ ਹਾਲ ਹੈ, ਠੀਕ ਹੋ? ਅਲਹਮਦੁਲਿਲਾ। ਸਭ ਤੋਂ ਪਹਿਲੇ ਤਾਂ ਸਾਡੇ ਨਾਜ਼ਰੀਨ ਨੂੰ ਔਰ ਆਪਣੇ ਜਿਹੜੇ ਤੁਹਾਡੇ ਫੈਨ ਫਾਲੋਇੰਗ ਵਾਲੇ ਲੋਕ ਨੇ, ਪਿਆਰ ਮੁਹੱਬਤ ਕਰਨ ਵਾਲੇ, ਉਹਨਾਂ ਨੂੰ ਆਪਣਾ ਸਿੱਧਾ ਨਾਮ ਦੱਸੋ ਕਿਉਂਕਿ ਟਿਕਟੋਕ ਦੀ ਆਈਡੀ ਦੇ ਉੱਪਰ ਤੁਹਾਡਾ ਨਾਮ ਲਿਖਿਆ ਹੋਇਆ ਬਾਬਾ ਮਲੰਗ। ਬਾਬੇ ਮਲੰਗ ਦਾ ਸਿੱਧਾ ਨਾਮ ਕੀ ਹੈ? ਮੇਰਾ ਨਾਮ ਸਿੱਧਾ ਸਦਾਮ ਹੁਸੈਨ ਹੈ। ਟਿਕਟੋਕ ਤੇ ਬਾਬਾ ਮਲੰਗ ਹੈ। ਠੀਕ ਹੈ, ਸਿੱਧਾ ਓਰੀਜਨਲ ਨਾਮ ਜੋ ਆਈਡੀ ਕਾਰਡ ਦਿੱਤੇ ਆ ਉਹ ਸਦਾਮ ਹੁਸੈਨ। ਟਿਕਟੋਕ ਦੇ ਉੱਤੇ ਆਣਾ ਬਾਬੇ ਮਲੰਗ ਨੂੰ ਕੋਈ ਮਜਬੂਰੀ ਸੀ ਜਾਂ ਹਾਦਸਾ ਸੀ? ਕੀ ਐਸਾ ਰੀਜ਼ਨ ਬਣਿਆ ਕਿ ਜਿਹੜਾ ਟਿਕਟੋਕ ਤੇ ਆਏ? ਟਿਕਟੋਕ ਤੇ ਆਉਣ ਦਾ ਰੀਜ਼ਨ ਇਹ ਸੀ ਕਿ ਮੁਹੱਬਤ ਇਹ ਕਿ ਮੈਂ ਸਾਊਦੀ ਅਰਬ ਹੁੰਦਾ ਰਿਹਾ ਸੀ ਤੇ ਕਿਸੇ ਔਰਤ ਨਾਲ ਪਿਆਰ ਹੋ ਗਿਆ ਤੇ ਕਿਸੇ ਗੈਰ ਦੇ ਸਟੇਟਸ ਲਾਉਂਦੀ ਸੀ। ਠੀਕ ਹੈ, ਉੱਥੋਂ ਫਿਰ ਮੇਰੇ ਦਿਲ 'ਚ ਕ੍ਰੋਧ ਹੋਇਆ, ਨਫ਼ਰਤ ਹੋ ਗਈ ਤੇ ਮੈਂ ਇਹਨੂੰ ਮਨਾ ਵੀ ਕਰਦਾ ਰਿਹਾ ਕਿ ਯਾਰ ਇਹ ਕੰਮ ਨਾ ਕਰ, ਤਕਲੀਫ ਹੁੰਦੀ ਹੈ। ਠੀਕ ਹੈ, ਨਹੀਂ ਮੰਨਦੀ। ਫਿਰ ਮੈਂ ਦਿਲ 'ਚ ਤਈਆ ਕੀਤਾ ਕਿ ਮੈਂ ਵੀ ਇਹ ਕੰਮ ਕਰਨਾ ਹੈ ਤੇ ਅਲਹਮਦੁਲਿਲਾ ਦੇਖ ਲਓ ਉਹਦੇ ਸਾਰਾ ਸਿਸਟਮ ਮੈਂ ਉਹਨੂੰ ਵੀ ਸਟੇਟਸ ਲਾਉਂਦਿਆਂ ਦੇਖਿਆ, ਉਹਦੇ ਪਿੰਡਿਆਂ ਨੂੰ ਵੀ ਲਾਉਂਦਿਆਂ ਦੇਖਿਆ। ਠੀਕ ਹੈ, ਅਲਹਮਦੁਲਿਲਾ ਜ਼ਬਰਦਸਤ ਆ। ਟਿਕਟੋਕ ਤੇ ਆਉਣ ਤੋਂ ਪਹਿਲੇ ਬਾਬਾ ਮਲੰਗ ਕੀ ਕਰਦਾ ਸੀ ਤੇ ਹੁਣ ਕੀ ਕਰਦਾ? ਪਹਿਲੇ ਸਾਊਦੀ ਅਰਬ ਹੁੰਦੇ ਰਹੇ ਹਾਂ, ਕੰਮ ਸ਼ਾਮ ਕਰਦੇ ਰਹੇ ਹਾਂ। ਉੱਥੋਂ ਹੀ ਇਹ ਸਾਊਦੀ ਅਰਬ ਇਹ ਸਿਸਟਮ ਸ਼ੁਰੂ ਹੋਇਆ ਸੀ ਤੇ ਉਸ ਤੋਂ ਬਾਅਦ ਆ ਕੇ ਅਲਹਮਦੁਲਿਲਾ ਇਹੀ ਕੰਮ ਹੈ ਤੇ ਸ਼ੁਕਰ ਅਲਹਮਦੁਲਿਲਾ। ਬਾਬੇ ਮਲੰਗ ਨੇ ਹਾਂ ਵੀਡੀਓ ਬਣਾਉਣ ਤੋਂ ਪਹਿਲੇ, ਮਸ਼ਹੂਰ ਹੋਣ ਤੋਂ ਪਹਿਲੇ ਹਾਂਜੀ ਜ਼ਿੰਦਗੀ ਕੈਸੀ ਸੀ ਤੇ ਹੁਣ ਦੀ ਜ਼ਿੰਦਗੀ ਕੈਸੀ ਹੈ? ਅਲਹਮਦੁਲਿਲਾ ਪਹਿਲੇ ਵੀ ਜ਼ਿੰਦਗੀ ਬਿਹਤਰ ਸੀ। ਅਲਹਮਦੁਲਿਲਾ ਹੁਣ ਮਜ਼ੀਦ ਬਿਹਤਰ ਹੈ ਕਿਉਂਕਿ ਲੋਕ ਬੜੇ ਪਿਆਰ ਕਰਦੇ ਨੇ, ਮੁਹੱਬਤ ਕਰਦੇ ਨੇ। ਬਾਹਰ ਅੰਦਰ ਜਾਈਏ ਤੇ ਜ਼ਿੰਦਗੀ ਦੀ ਚਾਸੀ ਹੈਗੀ ਹੈ ਪੰਜਾਬੀ ਜਿਹੜੀ ਆ। ਬਾਬੇ ਮਲੰਗ ਨੇ ਜਦੋਂ ਵੀਡੀਓ ਬਣਾਉਣਾ ਸ਼ੁਰੂ ਕੀਤੀ, ਹਾਂਜੀ, ਫੈਮਿਲੀ ਦਾ ਕੀ ਰਿਐਕਸ਼ਨ ਸੀ, ਦੋਸਤਾਂ ਦਾ ਕੀ ਰਿਐਕਸ਼ਨ ਸੀ? ਦੋਸਤ ਇਹ ਆਂਦੇ ਵੀ ਕਿਹੜੇ ਕੰਮ ਵੜ ਗਿਆ ਤੂੰ, ਲੇਕਿਨ ਮੇਰੇ ਅੰਦਰ ਇੱਕ ਨਫ਼ਰਤ ਪੈਦਾ ਹੋ ਗਈ ਦੀ ਸੀ। ਫੈਮਿਲੀ ਵੀ ਆਖਦੀ ਕਿ ਕੰਮ ਨਾ ਕਰ, ਲੇਕਿਨ ਮੈਂ ਕਰਨਾ ਹੈ ਕਿਉਂਕਿ ਮੇਰੀ ਜ਼ਿੱਦ ਸੀ। ਫਿਰ ਜ਼ਿੱਦ ਦੇ ਵਿੱਚ ਹੀ ਆ ਕੇ ਸਾਰਾ ਕੁਝ ਹੋਇਆ ਤੇ ਦੇਖ ਲਓ ਅੱਜ ਤਾਈਂ ਸਿੱਧੀ ਭਗਵਾਨ ਲੈ ਲਿਆ। ਬਾਬੇ ਮਲੰਗ ਦਾ ਇੱਕ ਦਬੰਗ ਸਟਾਈਲ ਹੈ ਟਿਕਟੋਕ ਦੇ ਉੱਤੇ। ਹਾਂਜੀ, ਠੀਕ ਹੈ, ਉਹਦਾ ਅਸਲ ਰੀਜ਼ਨ ਕੀ ਹੈ? ਬਾਬਾ ਮਲੰਗ ਕਿਆ ਹਕੀਕੀ ਜ਼ਿੰਦਗੀ ਦੇ ਵਿੱਚ ਵੀ ਐਸਾ ਹੀ ਹੈ ਜਾਂ ਸਿਰਫ ਕੈਮਰੇ ਦੇ ਬਿਲਕੁਲ ਸਾਹਮਣੇ? ਹਕੀਕੀ ਵੀ ਉਹੀ ਹੈ ਜੋ ਵੀਡੀਓ ਵਿੱਚ ਆ, ਵੀ ਸੇਮ ਹੀ ਆ, ਕੋਈ ਇਹਦੇ 'ਚ ਡਿਫਰੈਂਟ ਨਹੀਂ ਹੈ। ਉੱਥੇ ਵੀ ਅਸੀਂ ਮਲੰਗ ਬਣ ਕੇ ਲਲਕਰੇ ਮਾਰਨੇ ਤੇ ਇੱਥੇ ਵੀ ਰੀਅਲ 'ਚ ਵੀ ਲਲਕਰੇ ਉਦਾਂ ਹੀ ਮਾਰਨੇ ਆ। ਠੀਕ ਹੈ, ਹਾਂ। ਅੱਛਾ ਇਹ ਵੀ ਦੱਸੋ ਕਿ ਜਿਹੜੀ ਸ਼ੇਰੋ ਸ਼ਾਇਰੀ ਤੁਸੀਂ ਕਰਦੇ ਹੋ ਜਾਂ ਡਾਇਲੌਗ ਟਿਕਟੋਕ ਤੇ ਫੇਮਸ ਨੇ, ਹਾਂਜੀ, ਲੱਖਾਂ ਲੋਕ ਵੀਡੀਓਜ਼ ਬਣਾਉਂਦੇ ਨੇ ਉਹਦੇ ਉੱਪਰ, ਕਿਆ ਉਹ ਬਾਬਾ ਖੁਦ ਲਿਖਦਾ ਜਾਂ ਕਿਸੇ ਦੇ ਲੈ ਕੇ ਤੇ ਫੇਰ ਅੱਗੇ ਉਹ ਕਹਿੰਦਾ? ਜਿਹੜੇ ਜ਼ਿਆਦਾ ਮੇਰੇ ਵਾਇਰਲ ਹੋਏ ਨੇ ਉਹ ਮੇਰੇ ਖੁਦ ਦੇ ਡਾਇਲੌਗ ਸੀ। ਠੀਕ ਹੈ, ਜਿਹੜੇ ਮਸਲਨ ਨਾਰਮਲ ਸੈਡ ਪੋਇਟਰੀ ਵਗੈਰਾ ਬੋਲਦਾ ਉਹ ਮੈਂ ਕਿਸੇ ਦੀ ਵੀ ਕਰਕੇ ਬੋਲਣਾ, ਲੇਕਿਨ ਉਹ 'ਚ ਲਫ਼ਜ਼ ਚੇਂਜ ਕਰ ਲੈਣਾ। ਠੀਕ ਹੈ, ਲੇਕਿਨ ਇਹ ਕਿ ਮਜ਼ੀਦ ਮੁਕੰਮਲ ਨਹੀਂ ਕਿਸੇ ਨੂੰ ਕਾਪੀ ਕਰਦਾ, ਇਹ ਚੀਜ਼ ਹੈ। ਮੈਂ ਕਹਿੰਦਾ ਕਿ ਇੱਕ ਸਾਡੇ ਨਾਜ਼ਰੀਨ ਔਰ ਆਪਣੇ ਫੈਨ ਜਿਹੜੇ ਤੁਹਾਡੇ ਦੋਸਤ ਅਹਿਬਾਬ ਜਾਣਨ ਵਾਲੇ, ਸੁਣਨ ਵਾਲੇ, ਉਹਨਾਂ ਨੂੰ ਇੱਕ ਆਪਣੇ ਅੰਦਾਜ਼ 'ਚ ਦੱਸਣਾ ਜ਼ਰਾ, ਇੱਕ ਸੁਣਾ ਕੇ ਕੋਈ ਵੀ ਸੁਣਾ ਦਿਓ। ਜਿਹੜਾ ਮੇਰਾ ਮਸ਼ਹੂਰ ਡਾਇਲੌਗ ਜਿਹੜਾ ਹੁਣ ਚੱਲਦਾ ਪਿਆ ਸੀ ਕਿ ਸੋਚ ਸਮਝ ਕੇ ਲਲਕਾਰੀ ਮੇਰਿਆ ਬਚਿਆ, ਮਲੰਗ ਜੇ ਜ਼ਿੰਦਾ ਮਰਿਆ ਕੋਈ ਨਹੀਂ। ਇਹ ਡਾਇਲੌਗ ਹੈ। ਕੀ ਬਾਤ ਹੈ ਜੀ, ਕੀ ਬਾਤ ਹੈ। ਇਸੇ ਆਵਾਜ਼ ਦੇ ਵਿੱਚ ਸੁਲਤਾਨ ਰਾਈ ਦਾ ਥੋੜੀ ਯਾਦ ਆ ਜਾਂਦੀ ਹੈ। ਤਾਂ ਸੁਲਤਾਨ ਰਾਈ ਨਾਲ ਮੁਹੱਬਤ, ਬਹੁਤ ਜ਼ਿਆਦਾ ਮੁਹੱਬਤ। ਮੇਰਾ ਅੱਬੂ ਬੜਾ ਪਸੰਦ ਕਰਦਾ ਸੀ ਸੁਲਤਾਨ ਰਾਈ ਨੂੰ। ਕੀ ਬਾਤ ਹੈ, ਕੀ ਬਾਤ ਹੈ। ਸੁਲਤਾਨ ਰਾਈ ਦਾ ਕੋਈ ਡਾਇਲੌਗ? ਉਹਦਾ ਡਾਇਲੌਗ ਹੈ ਸਹੀ ਨੇ, ਮੈਨੂੰ ਵੀ ਇੱਕ ਡਾਇਲੌਗ ਯਾਦ ਆ ਰਿਹਾ ਲੇਕਿਨ ਮੈਂ ਤੁਹਾਡੇ ਮੂੰਹ ਸੁਣਨਾ ਚਾਹੁੰਦਾ। ਡਾਇਲੌਗ ਇਹੋ ਮੌਲੇ ਨੂੰ ਮੌਲਾ ਨਾ ਮਾਰੇ। ਆ ਜਿਹਦੇ 'ਚ ਉਹ ਕਹਿੰਦਾ ਪਿਆ ਸੀ ਕਿ
ਨਵਾਂ ਆਇਆ ਹੀ ਸੋਹਣਾ ਇਹ ਮੁਸਤਫਾ ਕੁਰੈਸ਼ੀ ਦਾ ਨਾ ਹਾਂ ਤੇ ਅੱਗੋਂ ਸੁਲਤਾਨ ਰਾਈ ਵੀ ਡਾਇਲੌਗ ਅਸੀਂ ਕਾਫੀ ਵੀਡੀਓ ਦੇਖੀਆਂ ਲੇਕਿਨ ਬਿਲਕੁਲ। ਮਜ਼ੀਦ ਐਸਾ ਕੋਈ ਡਾਇਲੌਗ ਯਾਦ ਨਹੀਂ ਲੇਕਿਨ ਹੈ ਸਹੀ ਹੈ ਲੇਕਿਨ ਬੋਲਿਆ ਨਹੀਂ ਜਾਂਦਾ। ਬਾਬੇ ਮਲੰਗ ਦਾ ਦਬੰਗ ਅੰਦਾਜ਼ ਆ ਜਿਹੜਾ ਹਾਂਜੀ ਕਾਫੀ ਲੋਕ ਤਨਕੀਦ ਵੀ ਕਰਦੇ ਹੋਣਗੇ। ਜੇ ਕਰਦੇ ਨੇ ਤੇ ਉਹਨਾਂ ਵਾਸਤੇ ਇੱਕ ਹੀ ਗੱਲ ਹੈਗੀ ਹੈ ਕਿ अब वो लोग भी हम पर भौंकेंगे जिनका डीएनए अपने बाप से नहीं मिलता। ਕੀ ਬਾਤ ਹੈ, ਸਹੀ। ਕੀ ਬਾਤ ਹੈ। ਜ਼ਿੰਦਗੀ 'ਚ ਬਾਬੇ ਮਲੰਗ ਨੇ ਕੀ ਹਾਸਲ ਕਰ ਲਿਆ ਤੇ ਕੀ ਰਹਿ ਗਿਆ? ਜੋ ਮੇਰੇ ਦਿਲ ਦੀ ਖੁਆਇਸ਼ ਹੈਗੀ ਸੀ ਹਾਂ ਕਿ ਮੈਂ ਜਿਸ ਮਕਾਮ ਤੇ ਖੜਾ ਹੋਣਾ ਚਾਹੁੰਦਾ ਸੀ ਅਲਹਮਦੁਲਿਲਾ ਉਸ ਮਕਾਮ ਤੇ ਹਾਂ ਕਿਉਂਕਿ ਇੱਕ ਹੀ ਬੰਦੇ ਨਾਲ ਮੇਰੀ ਟੱਕਰ ਸੀ ਮੈਂ ਉਸ ਟੱਕਰ ਦੇ ਬਰਾਬਰ ਪੂਰਾ ਉਤਰਿਆ। ਠੀਕ ਹੈ, ਜੋ ਮੈਂ ਚਾਹੁੰਦਾ ਸੀ ਉਹ ਮੈਂ ਕੀਤਾ ਤੇ ਮੇਰੀ ਸਭ ਤੋਂ ਬੜੀ ਵਿਸ਼ ਵੀ ਇਹੀ ਸੀ ਕਿ ਮੈਂ ਬਸ ਉਸ ਬੰਦੇ ਦਾ ਗਰੂਰ ਤੋੜਨਾ ਮੈਂ ਤੋੜਿਆ। ਬਾਬਾ ਮਲੰਗ ਵੀਡੀਓ ਅਪਲੋਡ ਕਰਦਾ ਤੇ ਚੰਦ ਮਿੰਟਾਂ ਦੇ ਵਿੱਚ ਹਜ਼ਾਰਾਂ ਲੋਕ ਨਹੀਂ ਬਲਕਿ ਲੱਖਾਂ ਲੋਕ ਦੇਖ ਲੈਂਦੇ ਨੇ। ਹਾਂਜੀ ਇਹ ਟ੍ਰਿਕ ਮੈਨੂੰ ਵੀ ਦੱਸੋ ਤੇ ਜਿਹੜੇ ਸਾਡੇ ਨਾਜ਼ਰੀਨ ਦੇਖ ਰਹੇ ਨੇ ਤੁਹਾਡੇ ਫੈਨ ਨੇ ਲੋਕ ਉਹਨਾਂ ਨੂੰ ਵੀ ਦੱਸੋ। ਟ੍ਰਿਕ ਕੋਈ ਨਹੀਂ ਹੈ ਭਾਈ ਲੇਕਿਨ ਇਹ ਹੈ ਕਿ ਕੋਈ ਵੀ ਚੀਜ਼ ਜਦੋਂ ਤੁਸੀਂ ਦਿਲੋਂ ਬੋਲਦੇ ਹੋ ਨਾ ਜੋ ਤੁਹਾਡੇ ਦਿਲ ਦੇ ਵਿੱਚ ਚੱਲਦਾ ਹੈ ਠੀਕ ਹੈ, ਅਗਰ ਤੁਸੀਂ ਉਹ ਬੋਲਦੇ ਹੋ ਪੱਕੀ ਗੱਲ ਆ ਫਾਰ ਯੂ ਤੇ ਆ। ਇਹਦੇ ਚ ਨਾ ਕੋਈ ਟ੍ਰਿਕ ਦਾ ਕਮਾਲ ਹੈ ਤੇ ਨਾ ਕੋਈ ਅੰਦਾਜ਼ ਦਾ ਲੇਕਿਨ ਇਹ ਚੀਜ਼ ਹੈ ਕਿ ਤੁਹਾਡੇ ਦਿਲ ਦੀ ਗੱਲ ਹੋਣੀ ਚਾਹੀਦੀ ਹੈ ਜੋ ਤੁਹਾਡੇ ਤੇ ਆਪ ਬੀਤੀ ਹੋਏ ਤੁਸੀਂ ਉਹੀ ਬੋਲੋ ਫਾਰ ਯੂ ਹੈ। ਬਾਬੇ ਮਲੰਗ ਨੂੰ ਕਦੀ ਕੋਈ ਐਸਾ ਫੈਨ ਮਿਲਿਆ ਹਾਂਜੀ ਕਿ ਜਿਹਦਾ ਮੈਸੇਜ ਸੁਣ ਕੇ ਜਾਂ ਗੱਲ ਸੁਣ ਕੇ ਬਾਬਾ ਜਜ਼ਬਾਤੀ ਹੋ ਗਏ ਉਸੇ ਟਾਈਮ? ਬਹੁਤ ਐਸੇ ਫੈਨ ਨੇ। ਇਹ ਜਿਹੜਾ ਤੁਸੀਂ ਆਖਦੇ ਦਬੰਗ ਸਟਾਈਲ ਹੈ ਜਿਹੜਾ ਮੇਰਾ ਇਹ ਫੈਨਾਂ ਦੀ ਵਜ੍ਹਾ ਨਾਲ ਹੈ ਕਿਉਂਕਿ ਜਦੋਂ ਲੋਕਾਂ ਦੇ ਮੈਸੇਜ ਆਉਂਦੇ ਨੇ ਜਾਂ ਮੈਨੂੰ ਮਿਲਦੇ ਨੇ ਉਹ ਇਹੀ ਗੱਲ ਆਖਦੇ ਨੇ ਕਿ ਯਾਰ ਜਦੋਂ ਤੇਰੀ ਵੀਡੀਓ ਦੇਖਦੇ ਸਾਡੇ ਦਿਲ ਨੂੰ ਤਾਕਤ ਮਿਲਦੀ ਆ ਤੇ ਫਿਰ ਇਹੀ ਚੀਜ਼ ਹੈ ਜਿਹਦੀ ਵਜ੍ਹਾ ਨਾਲ ਮੇਰਾ ਦਬੰਗ ਸਟਾਈਲ ਹੈ। ਲੋਕ ਇਹ ਮੇਰੇ ਫੈਨਾਂ ਦੀ ਵਜ੍ਹਾ ਨਾਲ ਜੋ ਵੀ ਸਿਸਟਮ ਚੱਲ ਰਿਹਾ। ਕੀ ਬਾਤ ਹੈ ਜੀ। ਅੱਛਾ ਇਸੇ ਗੱਲ ਦੇ ਨਾਲ ਇੱਕ ਹੋਰ ਗੱਲ ਕਲੀਅਰ ਕਰ ਦਿਓ ਹਾਂਜੀ ਕਿ ਬਾਬਾ ਮਲੰਗ ਅੱਜ ਕੱਲ੍ਹ ਦੇਖ ਰਹੇ ਹਾਂ ਸ਼ੱਕਰਗੜ੍ਹ ਦੇ ਵਿੱਚ ਕੋਈ ਵੀ ਓਪਨਿੰਗ ਹੋ ਰਹੀ ਹੈ ਕਿਸੇ ਮਾਰਟ ਦੀ ਹੋ ਰਹੀ ਹੈ ਕਿਸੇ ਪੀਜ਼ੇ ਸ਼ਾਪ ਦੀ ਹੋ ਰਹੀ ਹੈ ਕਿਸੇ ਦੀ ਵੀ ਹੋ ਰਹੀ ਹੈ ਹਾਂਜੀ ਉਹ ਲੋਕ ਬਾਬੇ ਨੂੰ ਬੁਲਾਉਂਦੇ ਨੇ ਹਾਂਜੀ ਓਪਨਿੰਗ ਵਾਸਤੇ। ਬੇਸ਼ੱਕ। ਕਿਆ ਬਾਬਾ ਉਹਨਾਂ ਕੋਲ ਫੀਸ ਲੈਂਦਾ? ਨਹੀਂ ਕੋਈ ਫੀਸ ਨਹੀਂ ਲੈਂਦੇ। ਅਸੀਂ ਪਹਿਲੇ ਵੀ ਕੀਤੀਆਂ ਉਸਤਾਦ ਤੇਜੇ ਨਾਲ ਵੀ ਸਾਰਿਆਂ ਨਾਲ ਕੀਤੀਆਂ ਲੇਕਿਨ ਉਸਤਾਦ ਤੇਜਾ ਤੇ ਅਸੀਂ ਬਹਿ ਕੇ ਗੱਲ ਇੱਕ ਹੀ ਹੋਈ ਦੀ ਸੀ ਕਿਸੇ ਕੋ ਫੀਸ ਨਹੀਂ ਲੈਣੀ। ਅਗਰ ਜਿਹੜੀ ਤੁਸੀਂ ਲੋਕਾਂ ਨੂੰ ਫੀਸ ਦਿੰਦੇ ਹੋ ਨਾ ਤੁਸੀਂ ਇਸ ਨਾਲ ਕਰੋ ਤੁਸੀਂ ਉਹਦਾ ਖਾਣਾ ਬਣਾ ਲਓ ਜਿਹੜੇ ਸਾਡੇ ਫੈਨ ਆਉਂਦੇ ਨੇ ਮਿਲਣ ਵਾਸਤੇ ਉਹਨਾਂ ਦੇ ਬਹਿਣ ਵਾਸਤੇ ਅਰੇਂਜ ਕਰ ਲਓ। ਠੀਕ ਹੈ। ਇਹ ਚੀਜ਼ ਹੈ ਅਸੀਂ 1 ਰੁਪਿਆ ਨਹੀਂ ਲਿਆ ਕਿਸੇ ਕੋਲ ਵੀ। ਬਾਬਾ ਮਲੰਗ ਟਿਕਟੋਕ ਤੋਂ ਕਿੰਨਾ ਪੈਸਾ ਕਮਾ ਚੁੱਕਿਆ ਤੇ ਕਿੰਨਾ ਬਾਕੀ ਰਹਿ ਗਿਆ? ਅਲਹਮਦੁਲਿਲਾ ਕਾਫੀ ਹੈ ਸ਼ੁਕਰ ਅਲਹਮਦੁਲਿਲਾ ਲੇਕਿਨ ਜਿਸ ਨਾਲ ਕਮਾਨੇ ਆ ਉਸ ਹਿਸਾਬ ਨਾਲ ਜਾਂਦਾ ਵੀ ਹੈ ਕਿਉਂਕਿ ਲੋਕ ਆਂਦੇ ਵੀ ਨੇ ਜ਼ਾਰੀ ਗੱਲ ਹੈ ਜਿਹੜਾ ਆਣਾ ਫਿਰ ਇੰਜ ਖਾਲੀ ਹੱਥ ਤੇ ਕਿਹਨੂੰ ਭੇਜਣਾ ਕੋਈ ਨਹੀਂ ਬਿਲਕੁਲ। ਤੇ ਅਲਹਮਦੁਲਿਲਾ ਮਾਸ਼ਾਅੱਲਾ ਠੀਕ ਹੈ ਨਿਜ਼ਾਮ। ਜਿਹੜੇ ਸਾਊਦੀ ਅਰਬ ਦੇ ਵਿੱਚ ਮਜ਼ਦੂਰੀ ਜਿਹੜੇ ਕਰਕੇ ਕਮਾਉਂਦੇ ਪਿਆ ਨਾ ਮੈਂ ਨਾ ਉਹਨਾਂ ਨਾਲ ਕਈ ਇਸੇ ਬਿਹਤਰ ਹੈ। ਯਾਨੀ ਕਿ ਬਾਬਾ ਇੱਕ ਦਿਨ ਲਾਈਵ ਬੈਠੇ ਤੇ ਕਿੰਨੇ ਪੈਸੇ ਕਮਾ ਲਏ? ਸ਼ੁਕਰ ਅਲਹਮਦੁਲਿਲਾ ਇਹ ਚੀਜ਼ ਨਹੀਂ ਦੱਸ ਸਕਦੇ ਲੇਕਿਨ ਇੱਕ ਦਿਨ ਚ ਅਗਰ ਬਾਬੇ ਨੇ ਪੈਸਾ ਕਮਾਇਆ ਸਭ ਤੋਂ ਜ਼ਿਆਦਾ ਤਾਂ ਕਿੰਨਾ ਕਮਾਇਆ ਲੱਗ ਬੈਠ ਕੇ? ਮੈਂ ਲਾਈਵ ਬੈਠ ਕੇ ਲੱਖ ਤੱਕ ਵੀ ਗਿਆ ਲੱਖ ਤੋਂ ਉੱਤੇ ਵੀ ਗਿਆ। ਅੱਛਾ ਜੀ। ਹਾਂਜੀ ਜਦੋਂ ਮੈਂ ਨਵਾਂ ਲਾਈਵ ਕੀਤੀ ਹੈ ਮੈਂ ਪੈਸੇ ਕਾਫੀ ਕਮਾਏ ਸੀ ਹੋ ਗਿਆ। ਅਲਹਮਦੁਲਿਲਾ। ਬਾਬੇ ਮਲੰਗ ਦਾ ਰਿਸ਼ਤੇਦਾਰਾਂ ਦੇ ਬਾਰੇ ਕੀ ਖਿਆਲ ਹੈ ਜਿਹੜੇ ਆਪਣੇ ਰਿਸ਼ਤੇਦਾਰ? ਅਲਹਮਦੁਲਿਲਾ ਲੋਕੀ ਤੇ ਆਖਦੇ ਨੇ ਕਿ ਰਿਸ਼ਤੇਦਾਰ ਇਦਾਂ ਤੇ ਇਦਾਂ ਬਾਕੀ ਅਲਹਮਦੁਲਿਲਾ ਮੇਰੇ ਰਿਸ਼ਤੇਦਾਰ ਸਭ ਤੋਂ ਬੜੀ ਜਿਹੜੀ ਚੀਜ਼ ਹੈ ਮੇਰੇ ਚਾਚੇ ਦੇ ਮੁੰਡੇ। ਮੈਂ ਅਕਸਰ ਕਿਤੇ ਵੀ ਜਾਣਾ ਹੋਏ ਮੇਰੇ ਨਾਲ ਕੋਈ ਗੈਰ ਬੰਦਾ ਨਹੀਂ ਹੁੰਦਾ ਮੇਰੇ ਚਾਚੇ ਦੇ ਮੁੰਡੇ ਹੁੰਦੇ ਕੀ ਬਾਤ ਹੈ। ਇੱਥੋਂ ਤੱਕ ਮੇਰੇ ਜਿਹੜਾ ਕੈਮਰਾਮੈਨ ਆ ਉਹ ਵੀ ਮੇਰੇ ਚਾਚੇ ਦਾ ਮੁੰਡਾ। ਵੈਰੀ ਗੁੱਡ। ਸਹੀ ਕੀ ਹੈ। ਬਹੁਤ ਅੱਛੀ ਗੱਲ ਹੈ। ਲੇਕਿਨ ਇਹ ਕਿ ਜ਼ਿਆਦਾਤਰ ਇਹ ਗੱਲ ਸੁਣ ਕੇ ਦਿਲ ਖੁਸ਼ ਹੋ ਗਿਆ ਕਿ ਚਾਚੇ ਦਾ ਮੁੰਡਾ ਨਾਲ ਹੈ ਔਰ ਕੈਮਰਾਮੈਨ। ਇੱਕ ਨਹੀਂ ਇਹ ਮਸਾ ਇੱਕ ਕਿਤੇ ਸ਼ਾਟ ਹੋ ਗਿਆ ਦੂਸਰੇ ਨੂੰ ਤੁਰ ਜਾਣਾ ਠੀਕ ਹੈ। ਲੇਕਿਨ ਮੈਂ ਤੇ ਆਨਾ ਕਿ ਭਰਾਵਾਂ ਨਾਲ ਵੀ ਵੱਧ ਕੇ ਜੇਕਰ ਚੀਜ਼ ਆ ਤੇ ਮੇਰੇ ਵਾਸਤੇ ਚਾਚੇ ਦੇ ਮੁੰਡੇ ਨੇ। ਬਾਬੇ ਮਲੰਗ ਨੂੰ ਕਿਸੇ ਨਾਲ ਮੁਹੱਬਤ ਹੋਈ ਹੈ? ਹੋਈ ਹੀ ਤੇ ਇੱਥੋਂ ਤੱਕ ਪਹੁੰਚੇ ਆ। ਅੱਛਾ ਜੀ। ਹਾਂਜੀ ਫਿਰ ਉਹ ਹਾਸਲ ਵੀ ਹੋਈ? ਹਾਸਲ ਹੋਈ ਫਿਰ ਹਾਂ ਰੱਖੀ ਨਹੀਂ। ਉਹਦੀ ਕੀ ਵਜ੍ਹਾ? ਉਹਦੀ ਵਜ੍ਹਾ ਇਹ ਹੈ ਕਿ ਅਸੀਂ ਜਿਹੜੀ ਚੀਜ਼ ਤੋਂ ਉਹਨੂੰ ਮਨਾ ਕਰਦੇ ਸੀ ਉਹ ਮਰਦਾ ਨਹੀਂ। ਉਹੀ ਜਿਹੜੇ ਸਟੇਟਸ ਵਗੈਰਾ ਲੋਕਾਂ ਦੇ ਲਾਉਂਦੀ ਸੀ ਲੇਕਿਨ ਮੈਨੂੰ ਇਹ ਚੀਜ਼ ਗਵਾਰਾ ਨਹੀਂ। ਸੋਹਣੇ ਸੋਹਣੇ ਮੁੰਡਿਆਂ ਦੇ ਲਾਣੇ ਜੀ ਅੱਛੀ ਪੋਇਟਰੀ ਕਰਨੀ ਆਉਂਦੀ ਲਾਲ ਨੇ ਤੇ ਮੈਂ ਨਾ ਯਾਰ ਇਹ ਕੰਮ ਨਾ ਕਰ। ਤੇ ਸੋਹਣਾ ਤੇ ਬਾਬਾ ਵੀ ਬੜਾ ਮਾਸ਼ਾਅੱਲਾ। ਸੋਹਣਾ ਹੋਣ ਤੇ ਉਹ ਵੇਖਦੀ ਹੈ ਜਦੋਂ ਉਹਦੇ ਪਿੰਡ ਗਿਆ ਮਜਮਾ ਖੜਾ ਹੋ ਗਿਆ। ਹਾਏ ਹਾਏ ਹਾਏ। ਸਹੀ ਹੈ ਫਿਰ ਮੈਂ ਚੱਸ ਆ ਗਈ ਅਸੀਂ ਜਿੱਤ ਗਏ। ਵੈਰੀ ਗੁੱਡ। ਠੀਕ ਹੈ ਇਹ ਠੀਕ ਜ਼ਿੰਦਗੀ ਹੋ ਹੈ। ਗਿਆ। ਬਾਬੇ ਮਲੰਗ ਦੀ ਸਭ ਤੋਂ ਅੱਛੀ ਆਦਤ ਕਿਹੜੀ ਹੈ ਔਰ ਸਭ ਤੋਂ ਬੁਰੀ ਕਿਹੜੀ ਹੈ? ਸੱਚੀ ਸੱਚੀ ਦੱਸੋ। ਸਭ ਤੋਂ ਅੱਛੀ ਆਦਤ ਹੈ ਕਿ ਜਿਹਦੇ ਨਾਲ ਮੁਖਲਸ ਹਾਂ ਦਿਲ ਜਾਨ ਤੋਂ ਮੁਖਲਸ ਹਾਂ ਕੀ ਬਾਤ ਤੇ ਜਿਸ ਬੰਦੇ ਨੂੰ ਰਿਜੈਕਟ ਕਰ ਛੜਿਆ ਨਫ਼ਰਤ ਆ ਸਾਰੀ ਜ਼ਿੰਦਗੀ ਵਾਸਤੇ ਸਾਡੇ ਲਈ ਮਰ ਗਿਆ। ਕੀ ਬਾਤ ਹੈ ਜੀ। ਇਹ ਅੱਛਾ ਯੂਟਿਊਬਰ ਨੇ ਜਿਹੜੇ ਫੈਮਿਲੀ ਵਲੌਗਰ ਹਾਂਜੀ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਫੈਮਿਲੀ ਬਲੌਗਰ ਜੀ ਇਹ ਕੰਮ ਤੇ ਭੈੜਾ ਹੀ ਹੈ ਬਹੁਤ ਹੀ ਭੈੜਾ ਹੈ। ਤੇ ਉਹ ਕੀ ਨਾਂ ਹੈ ਬਲਾਲ ਮਾਰਤ ਹੈ ਉਹ ਵੀ ਯੂਟਿਊਬਰ ਹੀ ਹੈ ਨਾ। ਠੀਕ ਹੈ। ਉਸ ਬੰਦੇ ਨੂੰ ਵੇਖ ਕੇ ਦਿਲ ਕਰਦਾ ਕਿ ਯਾਰ ਇਹਦੇ ਯਾਰ ਬਣਾਏ ਬੰਦਾ। ਠੀਕ ਬਿਲਕੁਲ। ਹੈ ਅੱਲਾ ਦੀ ਜ਼ਾਤ ਨੇ ਉਹਨੂੰ ਸਾਰਾ ਕੁਝ ਦਿੱਤਾ ਹੈ ਲੇਕਿਨ ਉਹਦੇ 'ਚ ਸਾਦਗੀ ਆਜ ਦੀ ਇੰਨੀ ਮੈਂ ਬਹੁਤ ਤਗੜਾ ਫੈਨ ਆ ਉਸ ਬੰਦੇ ਦਾ। ਵੈਰੀ ਗੁੱਡ। ਠੀਕ ਹੈ। ਇਹ ਜਿਹੜੇ ਫੈਮਿਲੀ ਬਲੌਗਰ ਨੇ ਇਹ ਤੇ ਹੁਣ ਮੇਰੇ ਕੋਲ ਬੁਰੀ ਗੱਲ ਹੀ ਹੈਗੀ ਇਹਨਾਂ ਵਾਸਤੇ ਸ਼ਰਮ ਦਾ ਮਕਾਮ ਹੈ। ਬਾਬੇ ਮਲੰਗ ਨੇ ਟਿਕਟੋਕ ਦੇ ਉੱਪਰ ਲੱਖਾਂ ਫਾਲੋਅਰ ਹਾਸਲ ਕਰ ਲੈਣਾ। ਹਾਂਜੀ
ਕਿਆ ਕੋਈ ਐਸਾ ਦੋਸਤ, ਕੋਈ ਐਸਾ ਮੁਖਲਿਸ ਬੰਦਾ ਮਿਲਿਆ ਕਿ ਜਿਹਨੂੰ ਬਾਬਾ ਮਲੰਗ ਇਸ ਟਾਈਮ ਕਾਲ ਕਰੇ ਔਰ ਕਹੇ ਕਿ ਮੈਂ ਐਮਰਜੈਂਸੀ 'ਚ ਇਸ ਟਾਈਮ ਥੋੜਾ ਜਿਹਾ ਪਰੇਸ਼ਾਨੀ 'ਚ ਮੈਨੂੰ ਥੋੜੇ ਪੈਸੇ ਦੀ ਜ਼ਰੂਰਤ ਹੈ? ਬਿਲਕੁਲ ਹੈ, ਉਹ ਪੈਸੇ ਦੇ ਸਕਦਾ ਹੈ? ਦੇ ਸਕਦਾ। ਐਸੇ ਤੇ ਕਾਫੀ ਦੋਸਤ ਨੇ, ਲੇਕਿਨ 2 ਬੰਦੇ ਮੇਰੇ ਇਸ ਟਾਈਮ ਬਿਲਕੁਲ ਭਰੋਸੇ ਵਾਲੇ ਨੇ। ਇੱਕ ਬਾਹਰ ਦੁਬਈ ਹੈ ਤੇ ਕਿੱਥੇ ਪਾਕਿਸਤਾਨ ਹੈ। ਬਾਬਾ ਜੀ ਦੇਖ ਲਓ, ਇੰਟਰਵਿਊ ਚੱਲ ਰਿਹਾ। ਇੰਟਰਵਿਊ ਹੋਏ ਜੋ ਮਰਜ਼ੀ ਹੋਏ, ਸਾਨੂੰ ਯਕੀਨ ਹੈ ਆਪਣੇ ਯਾਰਾਂ ਤੇ। ਅਗਰ ਮੈਂ ਕਹਾਂ ਉਹਨਾਂ ਨੂੰ ਕਾਲ ਕਰੋ, ਕੋਈ ਤੇ ਕਿਸੇ ਉਹਨਾਂ ਦੋਨਾਂ ਚੋਂ ਕਿਸੇ ਇੱਕ ਨੂੰ ਕਾਲ ਕਰਕੇ ਕਹੋਗੇ ਮੈਨੂੰ 5 ਲੱਖ ਦੀ ਅਰਜੈਂਟਲੀ ਜ਼ਰੂਰਤ ਹੈ ਤੇ ਹੋਣੀ ਚਾਹੀਦੀ ਨੇ। ਮੈਂ ਨਾ ਤੁਸੀਂ ਟਰਾਈ ਕਰਕੇ ਦੇਖ ਲਓ ਸਰਕਾਰ, ਇਹ ਕਿਹੜੀ ਗੱਲ ਹੈ। ਕਰ ਲਈਏ ਫਿਰ ਟਰਾਈ? ਕਰ ਲਓ, ਕਿਹੜੇ ਤੇ ਕਰਨਾ, ਦੁਬਈ ਵਾਲੇ ਤੇ ਪਾਕਿਸਤਾਨ ਵਾਲੇ ਤੇ? ਬਿਹਤਰ ਪਾਕਿਸਤਾਨ ਵਾਲੇ ਤੇ ਕਰ ਲੈਂਦੇ ਆ। ਚਲੋ ਕੋਈ ਨਹੀਂ, ਦੇਖ ਲਓ। ਚਲੋ ਮਿਲਾਓ ਨੰਬਰ। ਟਾਈਮ ਤੇ ਕਾਫੀ ਹੋ ਗਿਆ ਦਾ। ਹਾਂ ਬਿਲਕੁਲ, ਹੁਣੇ ਚੈੱਕ ਕਰ ਲੈਣਾ ਸਰਕਾਰ। ਇਹ ਚਲੋ ਜੀ, ਪਤਾ ਲੱਗ ਜਾਂਦਾ ਜੀ ਅੱਜ ਬਾਬੇ ਜੀ ਦਾ। ਜਿਹੜੇ ਲੱਖਾਂ ਫਾਲੋਅਰ ਹਾਸਲ ਕੀਤੇ ਨੇ ਉਹਨਾਂ ਚੋਂ ਇੱਕ ਬਹੁਤ ਹੀ ਦਿਲ ਦੇ ਕਰੀਬ, ਬਲਕਿ 2, ਇੱਕ ਦੁਬਈ 'ਚ ਇੱਕ ਪਾਕਿਸਤਾਨ 'ਚ। ਤੇ ਸਾਡੇ ਨਾਜ਼ਰੀਨ ਨੂੰ ਨਾਮ ਦੱਸ ਤੋਂ ਪਹਿਲੇ ਕੀ ਹੈ ਉਹਨਾਂ ਦਾ? ਮੁਰਸ਼ਦ ਹੈ, ਸਿੱਧਾ ਨਾਂ ਅਦਨਾਨ ਹੈ, ਮਾਨਕੇ ਤੋਂ ਆ ਉਹ। ਠੀਕ ਹੈ। ਤੇ ਭਰਾ ਆ, ਤੇ ਮੈਨੂੰ ਉਮੀਦ ਹੈ ਇਨਸ਼ਾਅੱਲਾ ਮੇਰੀ ਗੱਲ ਤੇ ਪੂਰਾ ਉਤਰੇਗਾ। ਚਲੋ ਪਤਾ ਲੱਗ ਜਾਂਦਾ, ਕੋਈ ਨਹੀਂ, ਅੱਲਾ ਖੈਰ ਕਰੇ। ਨਾਜ਼ਰੀਨ ਬੜੀ ਵੱਡੀ ਗੱਲ ਹੈ, ਯਕੀਨ ਕਰੋ ਕਿ ਕਿਸੇ ਆਪਣੇ ਦੋਸਤ ਨੂੰ ਕਾਲ ਕਰਨੀ। ਪਾਕਿਸਤਾਨੀ ਟਾਈਮ ਹੋ ਚੁੱਕਾ ਤਕਰੀਬਨ 10-11 ਬੈਲ ਗਈ, ਬੈਲ ਜਾ ਰਹੀ ਜੀ, ਪਤਾ ਲੱਗ ਜਾਂਦਾ ਹੁਣ ਕੀ ਬਣਦਾ। ਆਵਾਜ਼ ਓਪਨ ਕਰੋ ਜੀ। ਆਵਾਜ਼ ਓਪਨ। हेलो, अस्सलाम वालेकुम जी वालेकुम सलाम। मुर्शिद भाई की हाल ने? ठीक ठाक हो? वधिया हो? शुक्र अल्लाह पाक दा बाबा जी, सुना ठीक ठाक हो? अल्हम्दुलिल्लाह। ते एक काम है छोटा जिहा वीरे। हुक्म है बाबा जी। हुक्म ये है कि सरकार पैसों की थोड़ी जी लोड़ हैगी है, जानी ते एमरजेंसी है। कोई टेंशन नहीं बाबा जी, अकाउंट सेट कर दो या मैं कैश पैसे थोड़े जे नहीं हो, 5 लाख रुपया जी। जनाब नो टेंशन, सरकार हस के तुसी जरा अकाउंट सेट करो या कैश लगा दसो। ठीक हो गया, मैं तुम भेजी गल कर। अस्सलाम वालेकुम जी भाईजान, वालेकुम सलाम। बड़ी अच्छी गल है जी। दुनिया के उपर ऐसे मुखलस दोस्त हजे भी है ना? जी जी, कोई नहीं सर। बड़ी गल है जी। 5 लाख रुपया मांग रहे ना बाबा जी? कोई टेंशन नहीं बाबे, अकाउंट सेट कर दो पता ਵੈਰੀ ਗੁੱਡ ਯਾਰ, ਵੈਰੀ ਗੁੱਡ, ਬਹੁਤ ਸ਼ੁਕਰੀਆ ਮੁਰਸ਼ਦ ਸਾਹਿਬ। ਵੈਸੇ ਇੱਕ ਇੰਟਰਵਿਊ ਚੱਲ ਰਿਹਾ ਸੀ ਤੇ ਮੈਂ ਇਹਨਾਂ ਨੂੰ ਕਿਹਾ ਕਿ ਕਾਲ ਕਰੋ ਕਿਸੇ ਐਸੇ ਦੋਸਤ ਨੂੰ ਜਿਹੜਾ ਤੁਹਾਨੂੰ ਅਰਜੈਂਟਲੀ 5 ਲੱਖ ਰੁਪਏ ਸੈਂਡ ਕਰ ਦੇ। ਬਹੁਤ ਸ਼ੁਕਰੀਆ, ਬੜਾ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਜੀ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਬੜੀ ਗੱਲ ਹੈ ਜੀ। ਵੈਸੇ ਅੱਜ ਦੇ ਦੌਰ ਦੇ ਵਿੱਚ ਐਸਾ ਦੋਸਤ ਹੋਣਾ, ਔਰ ਪਾਕਿਸਤਾਨੀ ਟਾਈਮ ਦੇ ਮੁਤਾਬਕ ਤਕਰੀਬਨ 10 10:30 ਦਾ ਟਾਈਮ ਹੋ ਚੁੱਕਿਆ, ਠੀਕ ਹੈ, ਤੇ ਬੰਦੇ ਨੂੰ ਕਾਲ ਕੀਤੀ ਹੈ, ਉਹ ਜਾਗ ਰਿਹਾ, ਉਹਨੂੰ ਕਿਹਾ ਮੈਂ ਪੈਸੇ ਲੈ ਕੇ ਆਵਾਂ ਜਾਂ ਸੈਂਡ ਕਰਾਂ। ਬਹੁਤ ਵੱਡੀ ਗੱਲ ਹੈ ਜੀ। यार तू ये गल करना पिया, फोन कर लै हुणे, ਉਹਨੂੰ ਕਿਹਾ ਕਿ ਇੱਥੇ ਪਹੁੰਚਣਾ ਹੈ, ਰਾਤ ਦਾ ਟਾਈਮ ਹੈ, ਜੇ 10 ਮਿੰਟ ਦੇ ਵਿੱਚ ਬੰਦਾ ਮੇਰੇ ਕੋਲ ਇੱਥੇ ਨਾ ਪਹੁੰਚੇ ਤੇ ਫੇਰ ਆ ਗਈ। ਬੜੀ ਗੱਲ ਹੈ ਜੀ, ਬਹੁਤ ਵੱਡੀ ਗੱਲ ਹੈ ਜੀ। ਸਾਨੂੰ ਯਕੀਨ ਆ ਉੱਤੇ। ਕੀ ਬਾਤ। ਬਾਬੇ ਮਲੰਗ ਦਾ ਫੇਵਰਿਟ ਸਿੰਗਰ? ਸਭ ਤੋਂ ਪਹਿਲੇ ਜੀ ਜਿਹੜਾ ਦੁਨੀਆ ਜਹਾਨ ਦੇ ਜਿਹੜਾ ਸਿਸਟਮ ਚੱਲਦਾ ਪਿਆ ਸੀ, ਸਿੱਧੂ ਮੂਸੇ ਵਾਲਾ, ਠੀਕ ਹੈ, ਉਹ ਤਾਂ ਦੁਨੀਆ ਤੋਂ ਤੁਰ ਗਏ ਨੇ। ਲੇਕਿਨ ਉਸ ਤੋਂ ਬਾਅਦ ਜੇ ਅਗਰ ਦੇਖਿਆ ਜਾਏ ਤਾਂ ਉਸਤਾਦ ਤੇਜਾ ਸਾਡਾ ਵੱਡਾ ਵੀਰ ਵੀ ਹੈ, ਠੀਕ ਤੇ ਹੈ। ਅਸੀਂ ਉਹਨੂੰ ਪਸੰਦ ਕਰਨਾ ਹੈ। ਬਿਲਕੁਲ ਜੀ, ਵਾਹ। ਸਾਡਾ ਵੀ ਵੱਡਾ ਵੀਰ ਹੈ ਉਸਤਾਦ ਤੇਜਾ। ਲਵ ਯੂ ਉਸਤਾਦ ਜੀ। ਹਾਂਜੀ, ਲਵ ਯੂ ਜੀ, ਜਾਨੀ ਲਵ ਯੂ। ਸਾਡੇ ਸ਼ੱਕਰਗੜ੍ਹ ਦਾ ਫਖਰ। ਫਖਰ, ਸ਼ੱਕਰਗੜ੍ਹ ਦਾ ਨਹੀਂ ਬਲਕਿ ਪਾਕਿਸਤਾਨ ਦਾ ਫਖਰ। ਬਿਲਕੁਲ ਜੀ, ਫਖਰ ਹੈ ਉਹ ਬੰਦਾ। ਕਿਉਂਕਿ ਇਹ ਦੇਖੋ ਪਾਕਿਸਤਾਨ ਦੇ ਵਿੱਚ ਤੇ ਲੋਕ ਜਿਹੜੇ ਸੁਣਦੇ ਹੀ ਸੁਣਦੇ ਨੇ, ਇੰਡੀਆ ਪੰਜਾਬ ਤੋਂ ਬਹੁਤ ਜ਼ਿਆਦਾ ਉਹਨੂੰ ਲੋਕ ਪਸੰਦ ਕਰਦੇ ਨੇ, ਬਿਲਕੁਲ ਹੈ ਜੀ, ਕਿਉਂਕਿ ਉਹਦਾ ਅੰਦਾਜ਼ ਵੀ ਦਬੰਗ ਹੈਗਾ। ਬਿਲਕੁਲ ਸਹੀ, ਬਿਲਕੁਲ। ਅਸੀਂ ਤੇ ਮਿਲੇ ਆ, ਸਾਨੂੰ ਪਤਾ ਸਾਡੇ ਆਮਣੇ ਸਾਹਮਣੇ ਬਿਲਕੁਲ। ਹੈ ਵੀ ਬੜੀ ਡੈਸ਼ਿੰਗ ਲੋਕ। ਕਾਫੀ ਵੀਡੀਓਜ਼ ਵਗੈਰਾ ਦੇਖੀਆਂ ਤੁਹਾਡੀਆਂ ਉਹਨਾਂ ਨਾਲ। ਬਿਲਕੁਲ, ਕਿਉਂਕਿ ਅਸੀਂ ਇਕੱਠੇ ਬਹਿੰਦੇ ਵੀ ਰਹੇ ਆ, ਵੱਡਾ ਵੀਰ ਆ ਸਾਡਾ, ਤੇ ਅਸੀਂ ਭਾਈ ਜੀ ਤੈਨੂੰ ਪਸੰਦ ਕਰਨੇ ਉਸਤਾਦ ਤੇ ਜਿਆ, ਬਾਕੀ ਲਵ ਯੂ ਮੇਰੀ ਜਾਨ। ਠੀਕ ਹੈ। ਚੰਦ ਟਿਕਟੋਕਰਾਂ ਦਾ ਮੈਂ ਨਾਮ ਲੈਣਾ ਹੈ, ਦੱਸੋ ਜੀ, ਉਹਨਾਂ ਦੇ ਬਾਰੇ ਤੁਹਾਡਾ ਕੀ ਖਿਆਲ? ਦੱਸੋ, ਹੁਕਮ ਕਰੋ, ਕਿਹੜੇ ਨੇ? ਪਹਿਲੇ ਨਾ ਜੀ ਬਲਾਲ ਮਾਰ ਸਾਹਿਬ, ਬਹੁਤ ਹੀ ਨਾਈਸ ਆਦਮੀ। ਮੈਂ ਪਹਿਲੇ ਵੀ ਗੱਲ ਕੀਤੀ, ਅਗਰ ਮੈਂ ਕਿਸੇ ਚੀਜ਼ ਨੂੰ ਪਹਿਲਾ ਕੋਈ ਬੰਦਾ ਜਿਹੜਾ ਟਿਕਟੋਕ ਤੇ ਇੰਨਾ ਜਿਹਦੇ ਵੱਲ ਦੇਖ ਕੇ ਦਿਲ ਕਰਦਾ ਕਿ ਯਾਰ ਇਹਦੇ ਯਾਰ ਬਣੀਏ, ਉਹਦੇ 'ਚ ਗੱਲਬਾਤ ਇਸ ਤਰ੍ਹਾਂ ਦੀ ਹੈ, ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਹ ਬੰਦਾ ਬਹੁਤ, ਮੈਂ ਨਾ ਸਾਦਗੀ ਪਸੰਦ ਹੈ। ਠੀਕ, ਬਲਾਲ ਮਾਰਥ। ਵੈਰੀ ਗੁੱਡ ਜੀ, ਵੈਰੀ ਗੁੱਡ। ਬਹੁਤ ਅੱਛਾ ਕੰਟੈਂਟ ਹੈ ਬਲਾਲ ਮਾਰ ਸਾਹਿਬ ਦਾ। ਬਿਲਕੁਲ। ਰਿਹਾਨ ਮਲਕ? ਰਿਹਾਨ ਮਲਕ ਵੀ ਬਿਲਕੁਲ ਠੀਕ ਹੈ, ਕਾਰੋਬਾਰੀ ਬੰਦੇ ਨੇ, ਅੱਛਾ ਹੈ। ਉਸ ਤੋਂ ਬਾਅਦ ਨਾ ਜੀ ਮਿਸਟਰ ਪਤਲੂ। ਪਤਲੂ ਵੀ ਠੀਕ ਹੀ ਹੈਗਾ, ਉਹ ਆਪਣੇ ਹਿਸਾਬ ਨਾਲ ਦਾ ਨਿਜ਼ਾਮ ਹੈ, ਉਹ ਵੀ ਠੀਕ ਹੈ ਮਾਸ਼ਾਅੱਲਾ, ਅੱਲਾਹ ਨੂੰ ਹੋਰ ਇੱਜ਼ਤ ਦੇ। ਫਿਰ ਉਸ ਤੋਂ ਬਾਅਦ 2-3 ਲੜਕੀਆਂ ਨੇ, ਉਹਨਾਂ ਦਾ ਨਾਮ ਹੈ ਜੀ ਮਲੰਗ ਦੀ ਜ਼ਿੰਦਗੀ ਦੇ ਵਿੱਚ ਕੁੜੀਆਂ ਦੀ ਕੋਈ ਸਿਸਟਮ ਨਹੀਂ ਹੈ, ਜੇ ਹੋਏਗੀ ਵੀ ਸਹੀ ਤਾਂ ਸਰਕਾਰ ਅਸੀਂ ਪਸੰਦ ਹੀ ਨਹੀਂ ਕਰਦੇ। ਜੰਨਤ ਮਿਰਜ਼ਾ? ਨਹੀਂ, ਵਰਦਾ ਮਲਕ? ਕਿਸੇ ਨੂੰ ਵੀ ਨਹੀਂ, ਨਾ ਤੂੰ ਬੜਾ ਪਿਆਰਾ ਲੈ ਲਿਆ ਜਿਹਦਾ ਲਿਆ, ਲੇਕਿਨ ਇਹ ਕੁੜੀ ਕੋਈ ਨਹੀਂ। ਅੱਛਾ ਬਾਬਾ ਜੀ, ਇੱਕ ਗੱਲ ਦੱਸੋ, ਹਾਂਜੀ, ਇਹ ਟਿਕਟੋਕਰਾਂ ਦੇ ਜਿਹੜੇ ਟੋਟੇ ਲੀਕ ਹੁੰਦੇ ਨੇ, ਹਾਂਜੀ ਇਹ ਕਿਸ ਨੂੰ? ਭਾਈ ਜੀ, ਜਦੋਂ ਬੰਦਾ ਠੰਡਾ ਪੈ ਜਾਂਦਾ, ਸਰਕਾਰ ਜਦੋਂ ਕੋਈ ਦੇਖਦਾ ਨਹੀਂ, ਭਾਈ ਲੋਕੀ ਟੋਟਾ ਵਾਇਰਲ ਕਰ ਲੈਂਦੇ, ਇੱਜ਼ਤ ਨੂੰ ਤੇ ਲੋਕਾਂ ਨੇ ਖਿਲਵਾੜ ਸਮਝਿਆਦਾ। ਦੇਖਿਆ ਨਾ, ਰਾਤੋਂ ਰਾਤ ਹੀ ਉਹਨਾਂ ਦੇ ਫਾਲੋਅਰ ਕਿਵੇਂ ਵੱਧ ਜਾਂਦੇ ਨੇ, ਕੋਈ ਸ਼ੱਕ ਨਹੀਂ, ਸਿਰਫ ਔਰ ਸਿਰਫ ਬੇਹਯਾਈ ਹੈ। ਠੀਕ ਹੈ, ਬਿਲਕੁਲ। ਇਹ ਚੱਕਰ ਆ, ਹੋਰ ਇਹਦੇ 'ਚ ਕੱਖ ਨਹੀਂ।
ਮੈਂ ਨਾ ਕਿ ਇੱਥੇ ਦੁਨੀਆ ਸਵਾਰਨ ਬੈਠੇ ਤੇ ਡੁੱਬ ਕੇ ਮਰ ਜਾਓ, ਐਸਾ ਜਿਹੜਾ ਸਿਸਟਮ ਦੇ ਬਣੇ ਨੇ ਹਾਲਾਂਕਿ ਐਸਾ ਹੋਣਾ ਨਹੀਂ ਚਾਹੀਦਾ। ਨਹੀਂ ਹੋਣਾ ਚਾਹੀਦਾ, ਬਹੁਤ ਗਲਤ ਹੈ। ਅੱਛਾ ਬਾਬਾ ਜੀ, ਸ਼ੱਕਰਗੜ੍ਹ ਦੇ ਟਿਕਟੋਕਰ ਵੀ ਪਸੰਦ ਨੇ? ਟਿਕਟੋਕਰ, ਹਾਂ ਟਿਕਟੋਕਰ ਪਸੰਦ ਹੈ। ਉਹਨਾਂ ਦੇ ਵਿੱਚੋਂ ਚੰਦ ਟਿਕਟੋਕਰਾਂ ਦੇ ਨਾਮ ਲੈਣੇ ਨੇ ਮੈਂ, ਉਹਨਾਂ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਦੱਸੋ। ਪਹਿਲੇ ਨੰਬਰ ਤੇ ਨਾ ਜੀ ਜ਼ਿਸ਼ਾਨ ਸਤਾਰ ਸਾਹਿਬ। ਮੈਂ 1-2 ਦਫਾ ਉਹਨੂੰ ਦੇਖਿਆ, ਅੱਛਾ ਬੰਦਾ ਉਹ, ਨਾਈਸ ਆਦਮੀ ਹੈ। ਠੀਕ ਹੈ। ਤਸੀਬ ਜੰਜੂਆ, ਉਹ ਕੌਣ ਹੈ? ਟਿਕਟੋਕਰ? ਮੈਂ ਨਹੀਂ ਜਾਣਦਾ, ਕੌਣ ਹੈ ਇਹ? ਅੱਛਾ ਜੀ, ਨਹੀਂ ਮੈਂ ਨਹੀਂ ਜਾਣਦਾ ਇਹਨੂੰ, ਕੌਣ ਹੈ ਇਹ? ਇਹਨਾਂ ਤੋਂ ਇਲਾਵਾ ਕੋਈ ਟਿਕਟੋਕਰ ਜਿਹੜੇ ਸ਼ੱਕਰਗੜ੍ਹ ਦੇ ਤੁਹਾਨੂੰ ਪਸੰਦ ਨੇ? ਸ਼ੱਕਰਗੜ੍ਹ ਦੇ ਟਿਕਟੋਕਰ ਕਾਫੀ ਮੁੰਡੇ ਨੇ ਵੀਰ ਭਰਾ, ਲੇਕਿਨ ਦਾਨਿਸ਼ ਹੈ ਪੜਾਣਾ ਹੈ, ਠੀਕ ਹੈ। ਵੀਰ ਭਰਾ ਨੇ, ਇਕੱਠੇ ਬਹਿੰਦੇ ਵੀ ਹੈ, ਖਾਂਦੇ ਪੀਂਦੇ ਵੀ ਹੈ, ਤੇ ਲਵ ਯੂ ਉਹਨਾਂ ਨਾਲ ਅੱਛਾ ਕੰਟੈਂਟ ਹੈ ਉਹਨਾਂ ਦਾ ਵੀ। ਇੱਕ ਲਾਡੀ ਵੀ ਹੈ, ਠੀਕ ਹੈ। ਇਹ ਠੀਕ ਹੈ, ਪਰ ਮਸਜਿਦ ਆਪਣੀ ਜਗ੍ਹਾ ਤੇ, ਲੇਕਿਨ ਜਿਨ੍ਹਾਂ ਦਾ ਤੁਸੀਂ ਨਾਂ ਲੈ ਰਹੇ ਹੋ ਮੈਂ ਨਹੀਂ ਜਾਣਦਾ ਇਹਨੂੰ। ਠੀਕ ਹੋ ਗਿਆ। ਹਾਂਜੀ। ਬਾਬੇ ਮਲੰਗ ਦਾ ਫੇਵਰਿਟ ਸਿਆਸਤਦਾਨ, ਸੱਚੀ ਗੱਲ ਦੱਸਣੀ? ਆਏ ਓਏ ਇਮਰਾਨ ਖਾਨ। ਸੋਚ ਲਓ, ਇਮਰਾਨ ਖਾਨ ਬਹੁਤ ਸਖਤੀ ਕਰ ਰਹੀ ਹੈ ਉਹਨੂੰ ਲੀਗ ਘੁੰਮਣ। ਜੋ ਮਰਜ਼ੀ ਹੈ, ਜਿਸ ਨਾਲ ਮਰਜ਼ੀ ਹੈ, ਉਹ ਸਾਡੇ ਦਿਲ 'ਚ ਛਪਿਆ ਹੈ ਇਮਰਾਨ ਖਾਨ। ਸਹੀ ਹੈ, ਕੀ ਬਾਤ। ਜੋ ਮਰਜ਼ੀ ਅਪਲੋਡ ਕਰ ਦੇ, ਕੋਈ ਟੈਨਸ਼ਨ ਨਹੀਂ, ਫਾਈਲ ਲੱਗ ਜਾਏਗੀ, ਹੋ ਜਾਏਗਾ। ਆਹ ਠੀਕ ਹੋ ਗਿਆ। ਬਾਬੇ ਮਲੰਗ ਨੂੰ ਅਗਰ ਕਿਸੇ ਫੈਨ ਨੇ ਮਿਲਣਾ ਹੋਏ, ਹਾਂਜੀ, ਤਾਂ ਕਿਸ ਤਰ੍ਹਾਂ ਮਿਲ ਸਕਦਾ? ਜਿਸ ਨੇ ਵੀ ਮਿਲਣਾ ਹੈ, ਸ਼ੱਕਰਗੜ੍ਹ ਜ਼ਫਰਵਾਲ ਰੋਡ ਸ਼ੱਕਰਗੜ੍ਹ ਸੈਂਟਰ ਦੇ ਵਿੱਚ ਹੈ, ਕਾਸਮਪੁਰਾ ਸਟਾਪ। ਠੀਕ ਹੈ। ਕਸਾਣਾ ਮੇਰਾ ਅੱਗੇ ਪਿੰਡ ਹੈਗਾ, ਠੀਕ ਹੈ। ਉੱਥੇ ਕਿਸੇ ਨੇ ਵੀ ਪੁੱਛ ਲਿਆ, ਜਾਂ ਕਾਸਮਪੁਰੇ ਪੁੱਛ ਲਿਆ ਕਿਸੇ ਨੂੰ ਕਿ ਮੈਂ ਬਾਬੇ ਮਲੰਗ ਕੋ ਜਾਣਾ, ਤੇ ਤੁਸੀਂ ਆ ਜਾਣਾ ਮੇਰੇ ਘਰ, ਠੀਕ ਹੈ, ਡਾਇਰੈਕਟ ਪਹੁੰਚਾ ਦੇਣਗੇ। ਠੀਕ ਹੋ ਸਹੀ ਗਿਆ। ਹੈ, ਕਿਉਂਕਿ ਲੋਕ ਮੁਹੱਬਤ ਬੜੀ ਕਰਦੇ ਨੇ ਹੁਣ। ਬਾਬਾ ਮਲੰਗ ਐਂਡ ਤੇ ਕੋਈ 1-2 ਸ਼ਾਇਰ ਆਪਣੇ ਅੰਦਾਜ਼ ਦਿਲੋਂ ਤੇ ਬੇਬਾ ਨੇ, ਲੇਕਿਨ ਇਹ ਹੈ ਕਿ ਮਸਲ ਦੋੜਾ ਬੋਲ ਦਿੰਦੇ ਆ ਕੋਈ, ਜੋ ਦਿਲ ਕਰਦਾ। ਠੀਕ ਹੈ, ਕਿ ਜਿਹੜੇ ਅੱਜ ਕੱਲ੍ਹ ਮੁਖਾਲਫ ਬਣੀ ਫਿਰਦੇ ਨੇ ਬਿਲਾ ਵਜ੍ਹਾ, ਕਿ ਬਾਬੇ ਦੇ ਮੁਖਾਲਫ ਹੀ ਹਨ। ਮੁਖਾਲਫਤ ਹੁੰਦੀ ਹੈ ਤੇ ਸਾਰਾ ਕੁਝ ਇਸ ਨਾਲ। ਹੁਣ ਇਹ ਦਬੰਗ ਸਟਾਈਲ ਮੈਂ ਆਪਣੇ ਵਾਸਤੇ ਤਾਂ ਨਹੀਂ ਬੋਲਦਾ, ਲੋਕ ਕਰਦੇ ਨਹੀਂ ਇਦਾਂ ਦੀਆਂ ਹਰਕਤਾਂ। ਅੱਛਾ ਜੀ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਸ਼ੇਰ ਤੇ ਛੱਡੋ ਨਾ, ਪਹਿਲੇ ਉਹਨਾਂ ਦਾ ਇਲਾਜ ਕਰੋ। ਨਹੀਂ, ਉਹਨਾਂ ਦਾ ਇਲਾਜ ਇਹੀ ਹੈਗਾ ਕਿ ਸਾਡੇ ਪਿਆਰ ਦਾ ਬਾਰਡਰ ਤਗੜਾ ਏ, ਜਿੱਥੋਂ ਦਿੱਲੀ ਫੌਜ ਮੰਗਾ ਲੈ। ਅਸੀਂ ਉਹਨਾਂ ਵਿੱਚੋਂ ਨਹੀਂ ਕੰਬਲਿਆ ਜਿਹੜੇ ਨੱਚ ਪਈਏ ਜਿੱਦਾਂ ਦਿੱਲੀ ਢੋਲ ਵਜਾ ਲੈ। ਐਵੇਂ ਪਰਾਂ ਬਕਦਾ ਤੂੰ ਫਿਰਦਾ, ਇੱਥੇ ਹੀ ਪਿੜ ਲਾ ਲੈ, ਤੇ ਕਿਸੇ ਜੰਗਲ ਅਫਰੀਕਾ ਦੇ, ਤੇ ਜਿੱਥੇ ਮਲੰਗ ਪੈਰ ਰੱਖਣ ਕਲੇਜੇ ਕੰਬਣ ਸ਼ਰੀਕਾਂ ਦੇ। ਕੀ ਬਾਤ ਹੈ, ਕੀ ਬਾਤ ਹੈ। ਆਪਣੇ ਫੈਨਸ ਦੇ ਨਾਮ ਕੋਈ ਪਤਾ? ਬਾਕੀ ਮੇਰੀ ਜਾਨ ਦੇ ਟੋਟੇ ਹੋ, ਇਹ ਸਾਰੀਆਂ ਵੀਡੀਓ ਤੁਹਾਡੇ ਵਾਸਤੇ ਹੁੰਦੀਆਂ ਨੇ। ਲਵ ਯੂ, ਤੁਸੀਂ ਬੜਾ ਮੁਹੱਬਤ ਕਰਦੇ ਹੋ, ਤੁਸੀਂ ਸਾਨੂੰ ਲਾਈਕ ਕਰਦੇ, ਤੇ ਸਰਕਾਰ ਸਾਡੀ ਜਨੂਨ ਭਰੀ ਅੱਗੋਂ ਲੈ ਕੇ ਆਉਂਦੇ ਆ ਵੀਡੀਓ। ਬਿਲਕੁਲ, ਤੁਸੀਂ ਇਸ ਨਾਲ ਸਾਡੇ ਨਾਲ ਮੁਹੱਬਤ ਕਰਦੇ ਰਿਹਾ ਕਰੋ ਸਰਕਾਰ, ਅਸੀਂ ਹਾਜ਼ਰ। ਠੀਕ ਹੈ, ਤੇ ਬਾਕੀ ਲਵ ਯੂ ਮੇਰੇ ਫੈਨਾਂ ਵਾਸਤੇ। ਠੀਕ ਹੋਗਾ ਜੀ। ਹਾਂਜੀ। ਐਂਡ ਤੇ ਬਾਬਾ ਜੀ ਕੋਈ ਸ਼ੇਰ ਹੋ ਆਪਣੇ ਅੰਦਾਜ਼ ਚ ਕੋਈ, ਜਿਹੜੇ ਟਿਕਟੋਕ ਤੇ ਤੁਸੀਂ ਡਾਇਲੋਗ ਬੋਲਦੇ ਹੋ ਜਾਂ ਸ਼ੇਰ ਬੋਲਦੇ? ਜਿਹੜਾ ਅੱਜ ਕੱਲ ਮੈਂ ਬੋਲਿਆ ਕਿ ਸ਼ਰਾਬ ਦੇ ਬਾਰੇ ਚ ਕੋਈ ਸ਼ੇਰ ਬੋਲਿਆ ਸੀ ਮੈਂ, ਫੁੱਲ ਹੋਈ ਅੰਦਾਜ਼ ਹੋਣਾ ਚਾਹੀਦਾ। ਉਹੀ ਅੰਦਾਜ਼ ਹੋ, ਫਿਰ ਉਸੇ ਲਹਿਰ ਵੀ ਹੋਣੀ ਚਾਹੀਦੀ ਆ ਨਾ। ਤੇ ਬਾਕੀ ਇਹ ਕਿ ਮਲੰਗ ਦੀ ਸ਼ਕਲ ਹੀ ਬੜੀ ਹੈ, ਸ਼ੇਰ ਬੋਲਣ ਦੀ ਕੀ ਲੋੜ ਹੈ? ਆਪੇ ਪਤਾ ਲੱਗ ਜਾਏਗਾ, ਸਰਕਾਰ ਜਿੰਨੇ ਵੀ ਲੋਕ ਹੋਣਗੇ ਆਪੇ ਦੇਖਣਗੇ ਤੇ ਪਤਾ ਲੱਗ ਜਾਣਾ। ਤੇ ਸ਼ੇਰ ਬੇਤਬਾਹ ਆਂਦੇ ਨੇ, ਲੇਕਿਨ ਹੁਣ ਇਸ ਟਾਈਮ ਉਹ ਜੀ ਕੰਡੀਸ਼ਨ ਚ ਨਹੀਂ ਮੈਂ ਬੈਠਾ। ਚਲੋ ਜਿਸ ਤਰ੍ਹਾਂ ਵੀ ਹੈ ਬੋਲ ਦੋ। ना कानून का डर ना अंजाम की फिक्र, मलंग उस बला का नाम है जो हक पर डट जाता है। क्या बात, क्या बात। ਪ੍ਰਦੇਸ਼ 'ਚ ਜਿਹੜੇ ਲੋਕ ਤੁਹਾਨੂੰ ਦੇਖਦੇ ਨੇ ਫੈਨ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਅੱਲਾਹ ਪਾਕ ਦੀ ਜ਼ਾਤ ਉਹਨਾਂ ਨੂੰ ਤੰਦਰੁਸਤੀ ਸਿਹਤ ਦੇਵੇ, ਕਿਉਂਕਿ ਪ੍ਰਦੇਸ਼ ਬਹੁਤ ਔਖਾ ਹੈ। ਮੈਂ ਹੀ ਗਏ ਸੀ ਪਿਛਲੇ ਦਿਨਾਂ ਦੇ ਵਿੱਚ ਆਪਣੇ ਦੋਸਤ ਨੂੰ 에ਅਰਪੋਰਟ ਤੇ ਛੱਡਣ ਵਾਸਤੇ, ਤੇ ਜਦੋਂ ਸਾਡੇ ਨਾਲ ਹੀ ਉਸ ਲਈ ਥੋੜਾ ਜਿਹਾ ਨਰਵਸ ਹੋ ਗਿਆ। ਤੇ ਜਦੋਂ 에ਅਰਪੋਰਟ ਤੋਂ ਜਦੋਂ ਕ੍ਰਾਸ ਹੋਇਆ ਨਾ, ਤੇ ਦੀਆਂ ਅੱਖਾਂ 'ਚ ਆਂਸੂ ਦੇਖੇ ਨਾ, ਯਕੀਨ ਕਰ, ਅਸੀਂ ਲਾਹੌਰ ਤੋਂ ਲੈ ਕੇ ਪਿੰਡ ਤੱਕ ਸਾਡਾ ਦਿਲ ਉਹਦੀ ਦਮਾ ਲੋਕ ਸੀ, ਕਿਉਂਕਿ ਆਪਣੇ ਬਾਲ ਬੱਚਾ ਛੱਡ ਕੇ ਜਾਣਾ ਬਹੁਤ ਬੜਾ ਜਿਗਰ ਹੈ, ਬਹੁਤ ਬੜਾ ਦਿਲ ਹੈ। ਤੇ ਬਾਬਿਓ ਤੁਹਾਨੂੰ ਸਾਰਿਆਂ ਨੂੰ ਸਲੂਟ ਹੈ ਮਲੰਗ ਦੀ ਤਰਫੋਂ। ਲਵ ਯੂ, ਤੁਸੀਂ ਮੁਹੱਬਤ ਕਰਦੇ ਹੋ, ਤੁਹਾਡੀ ਮੁਹੱਬਤ ਦਾ ਸ਼ੁਕਰੀਆ ਮੇਰੀ ਜਾਨ। ਐਂਡ ਤੇ ਮੇਰੀ ਦਿਲੀ ਖੁਆਇਸ਼ ਹੈ ਕਿ ਬਾਬੇ ਕੋਈ ਇੱਕ ਅੱਧਾ ਡਾਇਲੋਗ ਸੁਣਿਆ ਜਾਏ। ਕਿਹੜਾ ਡਾਇਲੌਗ ਸੁਣਨਾ ਤੂੰ? ਡਾਇਲੌਗ ਤੇ ਹੱਥ ਰੱਖ, ਮੈਂ ਸੁਣਾ ਦਿਆਂਗਾ। ਡਾਇਲੋਗ ਹੋ ਗਿਆ ਕਿ ਸ਼ਾਕਾ ਮਾਰਾ ਜਾ ਸਕਤਾ ਹੈ। हाँ। बाबा अपने अंदाज से। बिल्कुल। शाका मार तो सकता है पर जिंदा पकड़ा नहीं जा सकता डारा। ਵੈਰੀ ਗੁੱਡ ਜੀ, ਵੈਰੀ ਗੁੱਡ। ਬਹੁਤ ਸ਼ੁਕਰੀਆ ਜੀ ਬਾਬੇ ਮਲੰਗ ਦਾ ਇੰਟਰਵਿਊ ਕੀਤਾ। ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਰੇ ਦੋਸਤਾਂ ਅੱਗੇ ਅਪੀਲ ਹੈ ਕਿ ਇਸ ਵੀਡੀਓ ਨੂੰ ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ ਔਰ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰੋ। ਸ਼ੁਕਰੀਆ ਜੀ, ਅਸਲਾਮ ਵਾਲੇਕਮ।